ਹੈਲੋ ਵੈਲਕਮ ਟੂ ਮਾਈ ਚੈਨਲ ਮਿਹਨਤੀ ਬੱਚੇ। ਅੱਜ ਆਪਾਂ ਪੀਪੀਐਸਸੀ ਦੇ ਪ੍ਰੀਵੀਅਸ ਈਅਰ ਪੋਲਿਟੀ ਦੇ ਕੁਐਸਚਨਸ ਦਾ ਪਾਰਟ 2 ਡਿਸਕਸ ਕਰਨ ਜਾ ਰਹੇ ਹਾਂ। ਸੋ ਅੱਜ ਦੀ ਡਿਸਕਸ਼ਨ ਸਟਾਰਟ ਕਰਦੇ ਹਾਂ। ਉਹ ਤੋਂ ਪਹਿਲਾਂ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ। ਇਹ ਕੁਐਸਚਨ ਮੈਂ ਆਪਣੀ ਪ੍ਰੀਵੀਅਸ ਵੀਡੀਓ ਤੋਂ ਲਿੱਤਾ ਹੋਇਆ ਹੈ। ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸੋਗੇ। ਠੀਕ ਹੈ, ਫਾਦਰ ਆਫ ਇੰਡੀਅਨ ਕੌਨਸਟੀਟਿਊਸ਼ਨ ਦੇ ਬਾਰੇ ਦੱਸਣਾ ਕੌਣ ਹੈ। ਮੈਂ ਆਪਣੀ ਪ੍ਰੀਵੀਅਸ ਵੀਡੀਓ 'ਚ ਤੁਹਾਨੂੰ ਇਹਦੇ ਬਾਰੇ ਦੱਸਿਆ ਸੀ। ਸੋ ਅੱਜ ਦੇ ਟੌਪਿਕਸ ਦੇਖਦੇ ਹਾਂ। ਦੇਖੋ, ਅੱਜ ਆਪਾਂ ਸੋਰਸ ਆਫ ਕੌਨਸਟੀਟਿਊਸ਼ਨ ਪੜ੍ਹਾਂਗੇ ਤੇ ਸਕੈਡਿਊਲਸ ਬਾਰੇ ਪੜ੍ਹਾਂਗੇ। ਸੋਰਸ ਆਫ ਕੌਨਸਟੀਟਿਊਸ਼ਨ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਆਪਣਾ ਇੰਡੀਅਨ ਕੌਨਸਟੀਟਿਊਸ਼ਨ ਹੈ ਉਹ ਵਰਲਡ ਦਾ ਲੈਂਥੀਐਸਟ ਰਿਟਨ ਕੌਨਸਟੀਟਿਊਸ਼ਨ ਹੈ। ਠੀਕ ਹੈ, ਤੇ ਉਹ ਡਿਫਰੈਂਟ ਸੋਰਸਿਸ ਤੋਂ ਲਿੱਤਾ ਗਿਆ ਹੈ। ਮਤਲਬ ਆਪਣੇ ਜਿਹੜੇ ਕੌਨਸਟੀਟਿਊਸ਼ਨ ਮੇਕਰਸ ਹੈ ਉਹਨਾਂ ਨੂੰ, ਜਿਵੇਂ ਆਪਣੀਆਂ ਕੰਟਰੀਜ਼ ਹੈ, ਅਲੱਗ-ਅਲੱਗ ਕੰਟਰੀਜ਼ ਲਗਾ ਲਓ, ਅਮਰੀਕਾ ਲਗਾ ਲਓ, ਠੀਕ ਹੈ, ਰਸ਼ੀਆ ਲਗਾ ਲਓ, ਆਇਰਲੈਂਡ ਲਗਾ ਲਓ, ਉਹਨਾਂ ਨੂੰ ਜਿਹੜੀ ਚੀਜ਼ਾਂ ਇਹਨਾਂ ਦੇ ਕੌਨਸਟੀਟਿਊਸ਼ਨ 'ਚੋਂ ਅੱਛੀਆਂ ਲੱਗੀਆਂ ਉਹਨਾਂ ਨੇ ਉਹ ਚੱਕ ਲਈਆਂ ਅਤੇ ਆਪਣੇ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚੋਂ ਪਾਤੀਆਂ। ਠੀਕ ਹੈ, ਤਾਂ ਸੋਰਸਿਸ ਆਫ ਕੌਨਸਟੀਟਿਊਸ਼ਨ ਪੜ੍ਹਾਂਗੇ ਕਿ ਕਿੱਥੋਂ ਕਿਹੜੀ ਚੀਜ਼ ਲਿੱਤੀ ਹੋਈ ਹੈ, ਅਤੇ ਸਕੈਡਿਊਲਸ ਬਾਰੇ ਪੜ੍ਹਾਂਗੇ। ਬੇਸਿਕਲੀ ਆਪਣੇ ਪਹਿਲਾਂ 8 ਸਕੈਡਿਊਲ ਸੀ, ਹੁਣ 12 ਨੇ। ਉਹ ਕਿਉਂ, ਉਹ ਕੁਝ ਅਮੈਂਡਮੈਂਟਸ ਦੇ ਨਾਲ ਐਡ ਕੀਤੇ ਗਏ ਨੇ। ਠੀਕ ਹੈ, ਉਹਦੇ ਬਾਰੇ ਦੇਖਾਂਗੇ, ਉਹਨਾਂ ਦਾ ਨੰਬਰ ਦੇਖਾਂਗੇ, ਬਿਕੋਜ਼ ਡਾਇਰੈਕਟ ਕੁਐਸਚਨ ਆਉਂਦੇ ਆ ਸਕੈਡਿਊਲਸ ਦੇ ਉੱਪਰ ਵੀ ਅਤੇ ਸੋਰਸਿਸ ਦੇ ਉੱਪਰ ਵੀ। ਦੇਖਦੇ ਹਾਂ ਕੁਐਸਚਨ। ਸੋ ਫਸਟ ਕੁਐਸਚਨ ਆਪਣੇ ਕੋਲ ਹੈ, ਫੀਚਰਸ ਇੰਡੀਅਨ ਕੌਨਸਟੀਟਿਊਸ਼ਨ ਦਾ ਕਿਹੜੀ ਕੰਟਰੀ ਤੋਂ ਅਡੋਪਟ ਕੀਤਾ ਗਿਆ। ਠੀਕ ਹੈ, ਸਭ ਤੋਂ ਪਹਿਲਾਂ ਆਪਣੇ ਕੋਲ ਹੈ ਫੈਡਰਲਿਜ਼ਮ। ਇਹਨੂੰ ਸਮਝਣ ਦੇ ਲਈ ਦੇਖੋ, ਇੱਕ ਕੰਸੈਪਟ ਹੈ, ਜਿਵੇਂ ਆਪਣਾ ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਮੇਨ ਸੈਂਟਰ ਗਵਰਨਮੈਂਟ ਹੈ ਅਤੇ ਬਾਕੀ ਆਪਣੀਆਂ ਸਟੇਟ ਗਵਰਨਮੈਂਟਸ ਨੇ। ਠੀਕ ਹੈ, ਹੁਣ ਤੁਸੀਂ ਦੇਖਿਆ ਹੀ ਹੋ ਕੁਝ ਐਸੇ ਸਬਜੈਕਟਸ ਹੈ ਜਿਨ੍ਹਾਂ ਉੱਪਰ ਸਿਰਫ ਔਰ ਸਿਰਫ ਸੈਂਟਰ ਲਾਅ ਬਣਾ ਸਕਦਾ ਹੈ, ਕੁਝ ਐਸੇ ਵੀ ਨੇ ਜਿਨ੍ਹਾਂ ਉੱਪਰ ਸਟੇਟ ਬਣਾ ਸਕਦੀ ਹੈ। ਮਤਲਬ ਕੀ ਹੈ ਕਿ ਪਾਵਰ ਦੀ ਡਿਵੀਜ਼ਨ ਕੀਤੀ ਗਈ ਹੈ। ਠੀਕ ਹੈ, ਸੈਂਟਰ ਤੇ ਸਟੇਟ ਦੇ ਵਿੱਚ, ਉਹਨੂੰ ਬੋਲਦੇ ਫੈਡਰਲਿਜ਼ਮ। ਫੈਡਰਲਿਜ਼ਮ ਦਾ ਮਤਲਬ ਕੀ ਹੁੰਦਾ, ਜਿਵੇਂ ਆਪਣੇ ਕੋਲ ਬੜਾ ਯੂਨਿਟ ਹੈ ਤੇ ਉਹਦੇ ਕੁਝ ਨੀਚੇ ਸਬੋਰਡੀਨੇਟਸ ਯੂਨਿਟ ਨੇ, ਤਾਂ ਇਹਨਾਂ ਦੇ ਵਿੱਚ ਪਾਵਰ ਦੀ ਡਿਵੀਜ਼ਨ ਹੋਣਾ ਉਹਨੂੰ ਆਪਾਂ ਬੋਲਦੇ ਹਾਂ ਫੈਡਰਲਿਜ਼ਮ। ਠੀਕ ਹੈ, ਹੁਣ ਇਹਨੂੰ ਸਮਝਣ ਦੇ ਲਈ ਕਿ ਕੈਨੇਡਾ ਤੋਂ ਲਿੱਤਾ ਗਿਆ, ਇਹਨੂੰ ਕਿਵੇਂ ਯਾਦ ਰੱਖ ਸਕਦੇ ਹਾਂ। ਜਿਵੇਂ ਆਪਣੇ ਪੰਜਾਬੀ ਹੈ, ਆਪਾਂ ਪੰਜਾਬੀ ਕਿੱਥੇ ਜਾਣਾ ਜ਼ਿਆਦਾ ਪਸੰਦ ਕਰਦੇ ਹਾਂ, ਕੈਨੇਡਾ ਦੇ ਵਿੱਚ। ਠੀਕ ਹੈ, ਤਾਂ ਮੇਨ ਸੈਂਟਰ ਕੀ ਹੋ ਗਿਆ ਆਪਣਾ ਪੰਜਾਬ, ਪਰ ਕਿੱਥੇ ਗਏ, ਜਿਵੇਂ ਕੈਨੇਡਾ ਦੇ ਵਿੱਚ ਗਏ। ਠੀਕ ਹੈ, ਤਾਂ ਉਹਨਾਂ ਦੇ ਜਿਹੜੇ ਮੇਨ ਪਾਵਰ ਹੈ ਉਹ ਤਾਂ ਪੰਜਾਬ ਦੇ ਵਿੱਚ ਹੈ, ਪਰ ਹੋਰ ਵੀ ਜਾ ਕੇ ਕਿੱਥੇ ਵਸੇ ਹੋਏ ਨੇ, ਕੈਨੇਡਾ ਦੇ ਵਿੱਚ। ਠੀਕ ਹੈ, ਤਾਂ ਫੈਡਰਲਿਜ਼ਮ ਦਾ ਕੰਸੈਪਟ ਐਵੇਂ ਯਾਦ ਰੱਖ ਸਕਦੇ ਹੋ। ਨੈਕਸਟ ਆਪਣੇ ਕੋਲ ਫੰਡਾਮੈਂਟਲ ਡਿਊਟੀਜ਼ ਫਾਰਮਰ ਸੋਵੀਅਤ ਯੂਨੀਅਨ। ਦੇਖੋ, ਹੁਣ ਜਿਹੜਾ ਸੋਵੀਅਤ ਯੂਨੀਅਨ ਸੀ, ਹੁਣ ਜਿਵੇਂ ਰਸ਼ੀਆ ਬੋਲਦੇ ਆ, USSR, ਠੀਕ ਹੈ, ਉਹਦਾ ਪਾਰਟ ਸੀ ਪਹਿਲਾਂ, ਹੁਣ ਰਸ਼ੀਆ ਬੋਲਦੇ ਆ ਉਹਨੂੰ। ਦੇਖੋ, ਜਿਹੜਾ ਸੋਵੀਅਤ ਯੂਨੀਅਨ ਸੀ ਬੇਸਿਕਲੀ 15 ਕੰਟਰੀਜ਼ ਦਾ ਗਰੁੱਪ ਹੁੰਦਾ ਸੀ। ਰਸ਼ੀਆ, ਕਜ਼ਾਕਿਸਤਾਨ, ਕਿਰਗਿਸਤਾਨ, ਐਵੇਂ ਅਲੱਗ-ਅਲੱਗ 15 ਕੰਟਰੀਜ਼ ਸੀਗੀਆਂ। ਠੀਕ ਹੈ, ਤੇ ਉਹਨੂੰ ਐਵੇਂ ਯਾਦ ਰੱਖ ਸਕਦੇ ਹੋ ਕਿ ਜਿਹੜੀ ਉਹ 15 ਕੰਟਰੀਜ਼ ਸੀ ਉਹਨਾਂ ਦੀ ਆਪਸ 'ਚ ਕੁਝ ਡਿਊਟੀ ਬਣਦੀ ਸੀ ਕਿ ਇੱਕ ਦੂਜੇ ਦੇ ਭਲਾਈ ਲਈ ਉਹ ਕੰਮ ਕਰਨ। ਠੀਕ ਹੈ, ਜੋ ਇੱਕ ਦੂਜੇ ਨੂੰ ਫਾਇਦਾ ਪਹੁੰਚਾਏ। ਤਾਂ ਫੰਡਾਮੈਂਟਲ ਡਿਊਟੀਜ਼ ਕਿਵੇਂ ਯਾਦ ਰੱਖੋਗੇ, ਸੋਵੀਅਤ ਯੂਨੀਅਨ ਤੋਂ। ਠੀਕ ਹੈ, ਨੈਕਸਟ ਆਪਣੇ ਕੋਲ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਆਇਰਲੈਂਡ। ਹੁਣ ਇਹਨੂੰ ਕਰਨ ਦਾ ਇੱਕ ਸਭ ਤੋਂ ਵਧੀਆ ਵੇ ਕੀ ਹੈ, ਲਰਨ ਕਰਨ ਦਾ, ਆਇਰਨ ਮੈਨ ਦੀ ਮੂਵੀ ਤਾਂ ਦੇਖੀ ਹੋਊਗੀ, ਜਾਂ ਐਵੇਂਜਰਸ। ਠੀਕ ਹੈ, ਉਹਦੇ ਵਿੱਚ ਜਿਹੜਾ ਰੋਬਰਟ ਡੌਨੀ ਹੈ, ਆਇਰਨ ਮੈਨ ਹੈ ਜਿਹੜਾ, ਉਹ ਕੀ ਕਰਦਾ, ਆਪਣੇ ਪ੍ਰਿੰਸੀਪਲਸ 'ਤੇ ਚੱਲਦਾ, ਕਿਸੇ ਦੀ ਗੱਲ ਨਹੀਂ ਸੁਣਦਾ, ਡਾਇਰੈਕਟ ਆਪਣੇ ਪ੍ਰਿੰਸੀਪਲਸ ਨੂੰ ਹੀ ਫੋਲੋ ਕਰਦਾ ਹੈ। ਤਾਂ ਡਾਇਰੈਕਟਿਵ ਪ੍ਰਿੰਸੀਪਲਸ ਆਪਾਂ ਨੇ ਕਿੱਥੋਂ ਲਿੱਤਾ ਹੈ, ਆਇਰਲੈਂਡ ਤੋਂ। ਨੈਕਸਟ ਹੈ ਜੁਡੀਸ਼ੀਅਲ ਰਿਵਿਊ, US ਤੋਂ। ਹੁਣ ਇਹਨੂੰ ਕਰਨ ਦਾ ਕੀ ਤਰੀਕਾ ਹੈ, ਜਿਵੇਂ ਦੇਖੋ ਆਪਣੀ ਕੰਟਰੀ ਵਰਲਡ ਦੇ ਵਿੱਚ ਕਿਹੜੀ ਸਭ ਤੋਂ ਜ਼ਿਆਦਾ ਪਾਵਰਫੁਲ ਹੈ, US ਹੈ ਨਾ। ਉਹ ਤੋਂ ਬਾਅਦ ਇੰਡੀਆ ਦੇ ਵਿੱਚ ਪਾਵਰਫੁਲ ਕੌਣ ਹੈ, ਜੁਡੀਸ਼ਰੀ। ਠੀਕ ਹੈ, ਕਿਤੇ ਵੀ ਲਾਅ ਬਣਾ ਸਕਦੇ ਨੇ ਉਹ, ਤਾਂ ਦੋਨੋਂ ਪਾਵਰਫੁਲ ਟਕਰਾ ਗਏ। ਤਾਂ US ਤੋਂ ਕੀ ਲਿੱਤਾ, ਜੁਡੀਸ਼ੀਅਲ ਰਿਵਿਊ ਲਿੱਤਾ। ਇੱਕ ਹੋਰ ਚੀਜ਼ ਆਪਾਂ ਨੇ ਇੰਪੋਰਟੈਂਟ ਲਿੱਤੀ ਹੈ, ਉਹ ਵੀ ਪਾਵਰਫੁਲ ਹੈ, ਦੈਟ ਇਜ਼ ਆਵਰ ਫੰਡਾਮੈਂਟਲ ਰਾਈਟਸ। ਜਿਹੜੀ ਡਿਊਟੀਜ਼ ਹੈ ਸੋਵੀਅਤ ਯੂਨੀਅਨ ਤੋਂ, ਜਿਹੜੀ ਰਾਈਟਸ ਹੈ ਉਹ ਆਪਾਂ ਨੇ ਲਿੱਤੀ ਹੈ US ਤੋਂ। ਜਿਹੜੇ ਫੰਡਾਮੈਂਟਲ ਰਾਈਟਸ ਉਹ ਵੀ ਪਾਵਰਫੁਲ ਨੇ, ਅਧਿਕਾਰ ਦਿੰਦੇ ਆਪਾਂ ਨੂੰ ਆਪਣੇ। ਠੀਕ ਹੈ, ਤਾਂ ਇਹਦਾ ਆਨਸਰ ਕੀ ਹੋਊਗਾ, A। ਠੀਕ ਹੈ, ਨੈਕਸਟ ਕੁਐਸਚਨ ਆਪਣੇ ਕੋਲ ਹੈ ਲਿਬਰਟੀ, ਇਕੁਐਲਿਟੀ, ਫਰੈਟਰਨਿਟੀ। ਹੁਣ ਦੇਖੋ ਇਹ ਕਿਵੇਂ, ਇਹਨੂੰ ਯਾਦ ਕਰਨ ਦਾ ਇੱਕ ਵਧੀਆ ਤਰੀਕਾ ਹੈ, ਇਹ ਬੇਸਿਕਲੀ ਆਪਣੇ ਫਰੈਂਚ ਰੈਵੋਲਿਊਸ਼ਨ ਤੋਂ ਲਿੱਤੇ ਗਏ ਹੈ। ਠੀਕ ਹੈ, ਹੁਣ ਇਹਨੂੰ ਤੁਸੀਂ ਯਾਦ ਕਰਨ ਦਾ ਤਰੀਕਾ ਹੈ ਕਿ ਜਿਵੇਂ ਫਰਾਂਸ ਹੈ, ਫਰਾਂਸ ਅਤੇ ਫਰੈਂਡਸ, ਠੀਕ ਹੈ, ਦੋਨੋਂ F ਤੋਂ ਹੈ। ਠੀਕ ਹੈ, ਫਰਾਂਸ ਅਤੇ ਫਰੈਂਡ। ਹੁਣ ਜਿਹੜਾ ਫਰਾਂਸ ਹੈ ਉਹ ਇੱਕ ਕੀ ਹੈ, ਫਰੈਂਡਲੀ ਨੇਸ਼ਨ ਹੈ। ਉਹ ਫਰੈਂਡਲੀ ਨੇਸ਼ਨ ਹੋਣ ਦੇ ਕਰਕੇ ਉੱਥੇ ਬਹੁਤ ਜ਼ਿਆਦਾ ਫਰੈਟਰਨਿਟੀ ਹੈ, ਬ੍ਰਦਰਹੁੱਡ ਹੈ। ਠੀਕ ਹੈ, ਇਕੁਐਲਿਟੀ ਹੈ, ਸਭ ਨੂੰ ਇਕੁਅਲ ਰਾਈਟਸ ਮਿਲਦੇ ਆ, ਅਤੇ ਛੂਟ ਹੈ, ਜੋ ਵੀ ਉਹ ਕੁਝ ਕਰਨਾ ਚਾਹੁੰਦੇ ਆਪਣੇ ਮਨ ਮਰਜ਼ੀ ਦਾ ਉਹ ਕਰ ਸਕਦੇ ਆ। ਠੀਕ ਹੈ, ਫਰੈਂਡਲੀ ਰਿਲੇਸ਼ਨ ਹੈ ਤਾਂ ਲਿਬਰਟੀ ਤਾਂ ਹੁੰਦੀ ਹੋਈ ਹੈ। ਤਾਂ ਫਰੈਂਚ ਰੈਵੋਲਿਊਸ਼ਨ ਤੋਂ ਆਪਣੇ ਲਿਬਰਟੀ, ਇਕੁਐਲਿਟੀ, ਫਰੈਟਰਨਿਟੀ ਦਾ ਕੰਸੈਪਟ ਲਿੱਤਾ ਹੈ। ਨੈਕਸਟ ਹੈ ਰਸ਼ੀਅਨ ਰੈਵੋਲਿਊਸ਼ਨ ਤੋਂ ਆਪਾਂ ਨੇ ਇੱਕ ਯਾਦ ਰੱਖਣਾ, ਜਸਟਿਸ ਦਾ ਲਿੱਤਾ ਹੈ, ਬਹੁਤ ਇੰਪੋਰਟੈਂਟ ਹੈ। ਠੀਕ ਹੈ, ਯਾਦ ਰੱਖਣਾ। ਨੈਕਸਟ ਆਪਣੇ ਕੋਲ ਹੈ ਰੂਲ ਆਫ ਲਾਅ ਕਿੱਥੋਂ ਅਡੋਪਟ ਕੀਤਾ। ਦੇਖੋ ਹੁਣ ਤੁਸੀਂ ਅਗਰ ਆਪਸ਼ਨਸ ਧਿਆਨ ਨਾਲ ਦੇਖੋ, ਇੱਥੇ ਬ੍ਰਿਟੇਨ ਵੀ ਹੈ, ਬ੍ਰਿਟੇਨ ਵਿਦ ਸਰਟਨ ਮੋਡੀਫਿਕੇਸ਼ਨਸ, ਦੋਨੋਂ ਆਪਸ਼ਨਸ ਗਿਵਨ ਹੈ। ਤਾਂ ਇਹਦੇ ਵਿੱਚ ਆਊਗਾ ਬ੍ਰਿਟੇਨ ਵਿਦ ਸਰਟਨ ਮੋਡੀਫਿਕੇਸ਼ਨਸ। ਇਹਨੂੰ ਕਿਵੇਂ ਯਾਦ ਰੱਖੋਗੇ, ਇੰਡੀਆ 'ਤੇ ਰੂਲ ਕਿਹਨੇ ਕੀਤਾ, ਬ੍ਰਿਟੇਨ ਨੇ ਕੀਤਾ।
ठीक है। इंडिया ते रूल ब्रिटेन ने किया, फिर एंड च आके पहला तो बड़े अपने आप को समझते होंगे सीगे कि असी सानू कोई नहीं हरा सकता ये वो, पर जो इंडियंस ने आवाज़ उठानी शुरू करती तो उन्होंने चेंज होना स्टार्ट करता, तो की है ब्रिटेन ने मॉडिफाई होना स्टार्ट करता ताकि इंडिया ते रूल कर सके। ठीक है, तो रूल ऑफ लॉ ब्रिटेन विद सर्टन मॉडिफिकेशंस, एवं याद रखना है। नैक्सट अपने को सत्यमेव जयते। सत्यमेव जयते नैशनल एंबलम के नीचे लिखा होंगे सत्यमेव जयते। ठीक है, वो अपने कितों लिता गया, देखो इनू याद करने का तरीका ये आपने लिता होया मुंदका उपनिषद तो। हुण इनू किवें याद रखोगे, अगर तुसीं इनू ध्यान नाल देखो, मुंडा बन रहा तो सत्य की है नाम है मुंडे का, तो सत्य मुंडा बॉय नू बोलते हैं पंजाबी च। ठीक है, मुंडा तो मुंडे का नाम क्या है सत्या, इन्हू एवें करके याद रख सकते हो। सो अपने सोर्सिस खत्म हो गए हैं। ठीक है, नैक्सट हम आप स्टार्ट करते हैं स्कैड्यूल्स बारे। देखो स्कैड्यूल्स से देखो कैवें क्वेश्चन आते, जिवें पूछ लिया कि स्कैड्यूल एरियाज से ट्राइबल एरियाज की गल किहड़े स्कैड्यूल च की गई है। हुण अगर आपां नूं पता होवे कि वो किहड़ा स्कैड्यूल है तां ही दस सकांगे। ठीक है, उहनूं याद करन दी भी ट्रिक है, वो देखो उहनूं याद करना तुसीं टीयर्स ऑफ ओल्ड PM तो। ठीक है, टीयर्स ऑफ ओल्ड PM, अगर तुम इन्हू काउंट करोगे टोटल 12 वर्ड्स हैं सेंटेंस के अंदर। हुण टी तो की है, टी तो टैरीटरी, बेसिकली इन्हें एवें याद रखना है कि जिवें अपनी जी स्टेट्स हैं या कोई भी यूनियन टैरीटरीज है उन्होंने अंदर कितना एरिया होगा, उन्होंने की नाम होगा, ये गल की गई है फस्ट स्कैड्यूल के अंदर। ठीक है, नैक्सट अपने को ई तो की याद रखना है एमोल्यूमेंट्स, जिन्होंने आप सैलरी भी बोलते हैं। ठीक है, एमोल्यूमेंट्स जिन्हों सैलरी भी बोलते हैं, ਉਹਦੀ ਗੱਲ ਕੀਤੀ गई है सैकेंड ਦੇ ਵਿੱਚ। थर्ड अपना आंदा है ओथ, दैट इज एफर्मेशन, एफर्मेशनस भी बोलते हैं तो ओथ भी बोलते हैं। ठीक है, नाल नाल लिखे जाओ एफर्मेशनस। उस तो बाद अपने को फोर्थ है राज्य सभा की सीट एलोकेशन, R फॉर राज्य सभा। बेसिकली राज्य सभा च किवें सीट एलोकेट करनी है वो बारे दस्सिया गया फोर्थ स्कैड्यूल दे विच। जिहड़ा फिफ्थ स्कैड्यूल है, फिफ्थ स्कैड्यूल च अपने को किहदी गल की गई है स्कैड्यूल एरियाज ते स्कैड्यूल ट्राइब दी दे लई प्रोविजनस बनाने हैं, जिहड़े एरियाज ने इन्हां नूं किवें कंट्रोल किया जाए, इन्हां दी किवें एडमिनिस्ट्रेशन चलाई जाए, उहदे उपर प्रोविजनस ने फिफ्थ स्कैड्यूल दे विच। ठीक है, जिहड़ा अपना सिक्स स्कैड्यूल है उहदे विच की बेसिकली अदर ट्राइब एरियाज की गल की गई है। अदर ट्राइब एरियाज बेसिकली ये 4 स्टेट के एरिया होंगे हैं, उन्होंने याद करने की एक ट्रिक है मातम, MATM। वैसे बड़ा नैगेटिव वर्ड है बट हम ट्रिक है तो याद कर सकते हैं आप ਇਹਦੇ ਨਾਲ, ਤਾਂ याद रखने की हर्ज है। M फॉर मिजोरम, ठीक है, A फॉर असम, T फॉर त्रिपुरा एंड नैक्सट M इज मेघालय। इन्हों के ट्राइबल एरियाज की गल ये की गई है। उस तो बाद है F तो अपने है फैडरल प्रोविजनस। ठीक है, फैडरल प्रोविजनस बेसिकली इस दस्या गया कि किहड़े सबजैक्ट्स ऐसे हैं जिहदे उपर स्टेट लॉ बना सकती है, किन्ना उपर सेंटर बना सकता है, किन्ना उपर दोनों बना सकते हैं। ठीक है, डिवीजन ऑफ पावर की गल की गई है उरे। उस तो बाद अपने को 7th वाला 8th दे विच ऑफिशियल लैंगुएज की गल की गई है। ठीक है, ऑफिशियल लैंगुएज। नैक्सट अपने को L तो की याद रखना है, L बेसिकली 9th है, ये लैंड रिफॉर्म्स की गल की गई है ये। ठीक है, 10th है ये एंटी डिफिक्शन लॉ है, एंटी डिफिक्शन लॉ। ठीक है, 11 दे विच अपना पंचायती सिस्टम आ गया सारा, पंचायत की गल की गई है। उस तो बाद M फॉर म्यूनसिपैलिटीज़। ठीक है, तो अपने 12 स्कैड्यूल्स एवं याद हो जाएंगे, 10th है, 11th, दैट इज 12th। ठीक है, ये ट्रिक ना तुसीं याद कर सकते हो। हुण देखते हैं, देखो उन्हें कहा किहड़ा ऐसा स्कैड्यूल है जिहदे विच स्कैड्यूल एरियाज ते ट्राइबल एरियाज की गल की गई है। फोर्थ दे विच की सी टीयर्स, T फॉर टैरीटरी, E फॉर बोलो एमोल्यूमेंट्स, A फॉर एफर्मेशंस, R फॉर राज्य सभा की सीट एलोकेशन। तो फोर्थ तो है नहीं है ना, फिफ्थ की सी, फिफ्थ और सिक्स सी अपने ऑफ तो याद रखा सी, S तो O तो। हुण फिफ्थ का आंसर क्या होगा, फिफ्थ एंड सिक्स्थ। यार इनू एवें देख लो ट्रिक में इतों आ देखो 1 2 3 आ 4 दे विच की सी अपने को स्कैड्यूल एरियाज। ठीक है, तो स्कैड्यूल ट्राइब्स ते O तो की सी अपने को अदर ट्राइबल एरियाज। ठीक है, हुण तो इसदा आंसर की है फिफ्थ एंड सिक्स्थ। अगर वो ट्रिक आती है तो तुसीं ईजीली आंसर दे सकते हो, तो आंसर आऊगा अपना B। नैक्सट है विच वन ऑफ द फॉलोइंग इज इन द कंकरेंट लिस्ट ऑफ कॉन्स्टिट्यूशन ऑफ इंडिया। देखो मैं तुहानूं 7 दे विच दस्सिया सी कि फैडरल प्रोविजन है, वो फैडरल प्रोविजन दे विच बेसिकली की गल की गई डिवीजन ऑफ पावर। ठीक है,
डिवीजन ऑफ पावर कि पावर ਨੂੰ ਕਿਵੇਂ ਡਿਵਾਈਡ ਕਰਨਾ ਹੈ ਸੈਂਟਰ ਤੇ ਸਟੇਟ ਗਵਰਨਮੈਂਟ ਦੇ ਵਿੱਚ ठीक है। ਇਹਦੇ ਲਈ ਇਹਨਾਂ ਨੇ ਬੇਸਿਕਲੀ ਕੀ ਹੈ ਤਿੰਨ ਸਬਜੈਕਟਸ ਬਣਾਤੇ ਤਿੰਨ ਲਿਸਟ ਬਣਾਤੀਆਂ यूनियन लिस्ट स्टेट लिस्ट एंड कंकरेंट लिस्ट। ਜਿਹੜੀ यूनियन लिस्ट है ਉਹਦੇ ਵਿੱਚ ऐसे सब्जेक्ट्स हैं जिमें कि डिफेंस हो गया सिटीजनशिप हो गया ਜਿਹਦੇ ਉੱਪਰ सिर्फ सेंटर रूल बना सकता है लॉ बना सकता है रूल नहीं लॉ बना सकता है ठीक है। ਹੁਣ ਇਹਦੇ ਵਿੱਚ ਕਿਹੜੇ ਸਬਜੈਕਟਸ ਆ ਦੇਖੋ ਇਹਦੇ ਵਿੱਚ ਹੱਲੇ ਹੈਗੇ ਆਪਣੇ ਕੋਲ 100 ਸਬਜੈਕਟਸ ਇਨੀਸ਼ੀਅਲੀ ਇਹਦੇ ਵਿੱਚ ਕਿੰਨੇ ਸਬਜੈਕਟ ਸੀ ਇਨੀਸ਼ੀਅਲੀ ਇਹਦੇ ਵਿੱਚ ਸੀ 97 ਸਬਜੈਕਟਸ ਹੁਣ 100 ਹੈ ठीक है। स्टेट लिस्ट ਦੇ ਜਿਵੇਂ एग्रीकल्चर आ गया ਹੁਣ ਇਹਦੇ ਵਿੱਚ ਆਪਣੇ ਕੋਲ ਇਸ टाइम ਤੇ कितने सब्जेक्ट्स हैं 66 ਪਹਿਲਾਂ ਸੀ 61 सॉरी ਇਹਦੇ ਵਿੱਚ ਪਹਿਲਾਂ 66 ਸੀ ਹੁਣ 61 ਹੈ ਜਿਹੜੀ ਸਟੇਟ ਲਿਸਟ ਹੈ ਉਹਦੇ ਵਿੱਚ ਨੇ ਆਪਣੇ ਕੋਲ 61 ਸਬਜੈਕਟਸ ਪਹਿਲਾਂ ਹੁੰਦੇ ਸੀ 66 ਠੀਕ ਹੈ। ਨੈਕਸਟ ਆਪਣੀ ਹੈ ਕਨਕਰੈਂਟ ਲਿਸਟ ਜਿਹੜੀ ਕਨਕਰੈਂਟ ਲਿਸਟ ਹੈ ਇਹਦੇ ਵਿੱਚ ਪਹਿਲਾਂ 47 ਹੁੰਦੇ ਸੀ ਹੁਣ 52 ਸਬਜੈਕਟਸ ਹੈ 47 ਪਹਿਲਾਂ ਹੁੰਦੇ ਸੀ ਹੁਣ 52 ਨੇ ठीक है। 47 ਪਹਿਲਾਂ ਸੀ ਹੁਣ 52 ਸਬਜੈਕਟਸ ਹੈ ਇਹ ਐਵੇਂ ਇਹ ਯਾਦ ਰੱਖ ਲਿਓ ਕਈ ਵਾਰ ਕਿਤੇ ਨਾ ਕਿਤੇ ਪੁੱਛ ਸਕਦੇ ਆ। ਸੋ ਕੁਐਸਚਨ ਦੇਖਦੇ ਹਾਂ which of the following is in the concurrent list of constitution of India। concurrent list ਆਪਣਾ ਕਿਹੜਾ ਹੁੰਦਾ ਹੈ ਆਨਸਰ ਇਜ਼ A that is population control and family planning। next ਆਪਣੇ ਕੋਲ ਹੈ agriculture including agriculture education and research is in the list of state list ਇਹ ਮੈਂ ਤੁਹਾਨੂੰ ਹੁਣੀ ਦੱਸਿਆ। next ਦੇਖੋ ਹੁਣ ਆਪਣਾ ਜਿਹੜਾ ਐਂਟੀ ਡੈਫੀਕੇਸ਼ਨ ਦੇ ਨਾਲ ਰਿਲੇਟਡ ਲਾਅ ਹੈ ਸੌਰੀ ਸਕੈਡਿਊਲ ਆ ਉਹ ਕਿਹੜਾ ਸੀ 10th ਸੀ ਨਾ ਇਹ ਮੈਂ ਹੁਣੀ ਪੜ੍ਹਾਇਆ ਸੀ ਪਿੱਛੇ ਐਂਟੀ ਡੈਫਿਕੇਸ਼ਨ ਦੇ ਨਾਲ ਰਿਲੇਟਡ ਤੇ ਇਹਦਾ ਆਨਸਰ ਕੀ ਹੈ ਕਿ ਜਿਹੜਾ ਦੇਖੋ ਕਿਹੜਾ ਸਾ ਸਕੈਡਿਊਲ ਹੈ ਜਿਹੜਾ ਐਂਟੀ ਡੈਫਿਕੇਸ਼ਨ ਨਾਲ ਡੀਲ ਕਰਦਾ ਹੈ ਜਿਹਦੇ ਵਿੱਚ ਮੈਂਬਰਸ ਆਫ ਪਾਰਲੀਮੈਂਟ ਐਂਡ ਮੈਂਬਰ ਆਫ ਸਟੇਟ ਲੈਜਿਸਲੇਚਰ ਦੇ ਬਾਰੇ ਦੱਸਿਆ ਗਿਆ ਹੈ। ਬੇਸਿਕਲੀ ਕੀ ਹੈ ਕਿ ਉਹਨਾਂ ਨੂੰ ਕੱਢ ਸਕਦੇ ਹੁੰਦੇ ਆ ਕਿ ਅਗਰ ਉਹ ਆਪੋਜ਼ਿਟ ਪਾਰਟੀ ਦੇ ਪੱਖ 'ਚ ਕੋਈ ਵੋਟ ਦੇ ਦੇਣ ਉਹਨੂੰ ਬੋਲਦੇ ਐਂਟੀ ਡਿਫਿਕਸ਼ਨ ਲਾਅ। ਡਿਫਿਕਸ਼ਨ ਮਤਲਬ ਕੀ ਹੁੰਦਾ ਵੋਟ ਦੇਣਾ ਜਿਵੇਂ ਕੋਈ ਇੱਕ ਪਾਰਟੀ ਦਾ ਬੰਦਾ ਉਹ ਦੂਜੀ ਪਾਰਟੀ ਦੇ ਹੱਕ ਦੇ ਵਿੱਚ ਹਾਂ ਕਿ ਉਹਨੇ ਕੁਝ ਕਿਹਾ ਕਿ ਐਵੇਂ ਕਰਨਾ ਹੈ ਉਹਨੇ ਕੋਈ ਪਾਲਿਸੀ ਬਣਾਈ ਹੈ ਉਹਦੇ ਹੱਕ ਦੇ ਵਿੱਚ ਉਹ ਵੋਟ ਦੇ ਦੇ ਠੀਕ ਹੈ ਤਾਂ ਉਹਨੂੰ ਡਿਫਿਕਸ਼ਨ ਬੋਲਦੇ ਆ। ਤਾਂ ਇਹਦੇ ਖਿਲਾਫ ਜਿਹੜਾ ਲਾਅ ਬਣਾਇਆ ਸੀ ਉਹਨੂੰ ਐਂਟੀ ਡਿਫਿਕਸ਼ਨ ਲਾਅ ਬੋਲਦੇ ਆ ਠੀਕ ਹੈ। ਤੇ ਆਪਣੇ ਕੋਲ 10th ਸ਼ੈਡਿਊਲ ਦੇ ਵਿੱਚ ਹੈ। ਨੈਕਸਟ ਆਪਣੇ ਕੋਲ ਹੁਣ ਦੇਖੋ ਫਿਰ ਆ ਗਿਆ ਐਂਟੀ ਡਿਫਿਕਸ਼ਨ ਰਿਪੀਟ ਹੋ ਗਿਆ ਕੁਐਸਚਨ ਡਾਇਰੈਕਟਲੀ ਤੇ ਇਹਦਾ ਆਨਸਰ ਕੀ ਹੈ 10th ਠੀਕ ਹੈ। ਨੈਕਸਟ ਹੁਣ ਦੇਖੋ ਜਿਹੜਾ ਹੁਣ ਆਪਣਾ ਲੈਂਗੁਏਜਿਸ ਨਾਲ ਰਿਲੇਟਡ ਮੈਂ ਦੱਸਿਆ ਸੀ ਆਫੀਸ਼ੀਅਲ ਲੈਂਗੁਏਜ ਦੀ ਗੱਲ ਕੀਤੀ ਗਈ ਦੈਟ ਇਜ਼ 8th ਸ਼ੈਡਿਊਲ ਉਹਦੇ ਵਿੱਚ ਕੁਝ ਅਮੈਂਡਮੈਂਟਸ ਹੋਈਆਂ ਨੇ ਠੀਕ ਹੈ। ਹੁਣ ਉਹਦੇ ਬਾਰੇ ਗੱਲ ਕਰਦੇ ਹਾਂ ਬਹੁਤ ਇੰਪੋਰਟੈਂਟ ਨੇ ਇਸ ਲਈ ਇਹਨੂੰ ਡਿਟੇਲ 'ਚ ਥੋੜ੍ਹਾ ਦੇਖਣਾ ਜ਼ਰੂਰੀ ਹੈ। ਦੇਖੋ ਹੁਣ ਬੇਸਿਕਲੀ ਉਹਦੇ ਵਿੱਚ 4 ਵਾਰ ਅਮੈਂਡਮੈਂਟਸ ਕੀਤੀਆਂ ਗਈਆਂ ਓਰੀਜਨਲੀ ਆਪਣੇ ਕੋਲ 14 ਲੈਂਗੁਏਜ ਹੁੰਦੀਆਂ ਸੀ ਠੀਕ ਹੈ। ਹੁਣ ਆਪਣੇ ਕੋਲ ਕਿੰਨੀਆਂ ਨੇ 22 ਲੈਂਗੁਏਜਿਸ ਨੇ ਠੀਕ ਹੈ। ਹੁਣ ਇਹ ਕਿਵੇਂ ਐਡ ਹੋ ਗਈਆਂ 14 ਤੋਂ 22 ਕਿਵੇਂ ਹੋ ਗਈਆਂ ਦੇਖੋ ਇਹਦੇ ਵਿੱਚ ਕੁਝ ਅਮੈਂਡਮੈਂਟਸ ਕੀਤੇ ਗਏ ਆ ਲਿਖ ਲਿਓ ਨਾਲ ਸਭ ਤੋਂ ਪਹਿਲਾਂ ਹੀ ਆਪਣੇ ਕੋਲ 21st ਅਮੈਂਡਮੈਂਟ ਕਨਸਟੀਟਿਊਸ਼ਨ ਅਮੈਂਡਮੈਂਟ ਐਕਟ ਇਹ ਆਇਆ ਸੀ ਆਪਣੇ ਕੋਲ 1967 ਦੇ ਵਿੱਚ ਠੀਕ ਹੈ। ਇਹਦੇ ਵਿੱਚ ਆਪਾਂ ਨੇ ਕਿਹੜੀ ਲੈਂਗੁਏਜ ਐਡ ਕੀਤੀ ਸਿੰਧੀ। ਨੈਕਸਟ ਆਪਣੇ ਕੋਲ ਹੋਇਆ 71st ਕਨਸਟੀਟਿਊਸ਼ਨ ਅਮੈਂਡਮੈਂਟ ਐਕਟ ਠੀਕ ਹੈ। ਇਹ ਹੋਇਆ ਸੀ 1992 ਦੇ ਵਿੱਚ ਇਹਦੇ ਵਿੱਚ ਆਪਣੀਆਂ 3 ਲੈਂਗੁਏਜਿਸ ਐਡ ਕੀਤੀਆਂ ਗਈਆਂ ਦੈਟ ਇਜ਼ ਕੋਂਕਣੀ ਮਨੀਪੁਰੀ ਤੇ ਨੇਪਾਲੀ ਠੀਕ ਹੈ। ਉਹ ਤੋਂ ਬਾਅਦ ਆਪਣਾ ਆਇਆ 92 ਕਨਸਟੀਟਿਊਸ਼ਨ ਅਮੈਂਡਮੈਂਟ ਐਕਟ ਇਹ ਜਿਹੜਾ ਸੀ ਆਇਆ 2003 ਦੇ ਵਿੱਚ ਇਹਦੇ ਵਿੱਚ 4 ਲੈਂਗੁਏਜਿਸ ਨੇ ਬੋਡੋ ਡੋਂਗਰੀ ਮੈਥਿਲੀ ਐਂਡ ਸੰਥਾਲੀ ਠੀਕ ਹੈ। ਤੇ ਇੱਕ ਹੋਰ ਅਮੈਂਡਮੈਂਟ ਐਕਟ ਹੋਈ ਸੀ ਉਹਦੇ ਵਿੱਚ ਬੇਸਿਕਲੀ ਉੜੀਆ ਜਿਹੜੀ ਆਪਣੀ ਓਰੀਆ ਸੀ ਓਰੀਆ ਇਹ ਲੈਂਗੁਏਜ ਪਹਿਲਾਂ ਤੋਂ ਹੀ ਐਡ ਸੀ ਕਨਸਟੀਟਿਊਸ਼ਨ ਦੇ ਵਿੱਚ ਇਹਦਾ ਨਾਮ ਚੇਂਜ ਕਰਕੇ ਇਹਨਾਂ ਨੇ ਓਡੀਆ ਪਾਤਾ ਸੀ। ਇਹ ਕਿਹੜੀ ਕਨਸਟੀਟਿਊਸ਼ਨ ਅਮੈਂਡਮੈਂਟ ਐਕਟ ਨਾਲ ਕੀਤਾ ਗਿਆ ਸੀ ਇਹਨੂੰ ਕੀਤਾ ਗਿਆ ਸੀ 96th ਕਨਸਟੀਟਿਊਸ਼ਨ ਅਮੈਂਡਮੈਂਟ ਐਕਟ ਇਹ ਆਇਆ ਸੀ ਆਪਣੇ ਕੋਲ 2011 ਦੇ ਵਿੱਚ ਠੀਕ ਹੈ। ਹੁਣ ਇਹਨੂੰ ਯਾਦ ਕਰਨ ਦਾ ਕੀ ਤਰੀਕਾ ਦੇਖੋ 21 71 ਯਾਦ ਰੱਖ ਲਓ ਫਿਰ 2 ਨੂੰ 7 ਨਾਲ ਪਲੱਸ ਕਰੋ 9 ਆ ਗਿਆ 1 ਨੂੰ 1 ਨਾਲ ਕਰੋ 2 ਆ ਗਿਆ ਠੀਕ ਹੈ। 21 ਦੇ ਵਿੱਚ ਸਿੰਧੀ 71 ਦੇ ਵਿੱਚ ਕੋਂਕਣੀ ਮਨੀਪੁਰੀ ਨੇਪਾਲੀ ਤੇ 92 ਦੇ ਵਿੱਚ ਬੋਡੋ ਡੋਗਰੀ ਮੈਥਾਲੀ ਤੇ ਸੰਥਾਲੀ ਠੀਕ ਹੈ। ਹੁਣ ਕੁਐਸਚਨ ਦੇਖਦੇ ਹਾਂ which of the following languages was not included by the 92nd amendment act ਦੇਖੋ ਕਿਹੜੀ ਨਹੀਂ ਸੀ 92nd ਦੇ ਵਿੱਚ 92nd 'ਚ ਆਪਾਂ ਨੇ ਪੜ੍ਹੀਆਂ ਦੇਖੋ ਬੋਡੋ ਡੋਗਰੀ ਮੈਥਾਲੀ ਤੇ ਸੰਥਾਲੀ
ठीक है, बोडो डोंगरी मैथिली सी ते ए ओडिया नहीं सी, ठीक है, ਇਹਦਾ ਤਾਂ ਨਾਮ ਹੀ ਚੇਂਜ ਕੀਤਾ ਗਿਆ ਸੀ। सो नैक्सट देखो ਹੁਣ ਆਪਾਂ ਨੇ ਇਨਕਰੈਕਟ ਦੱਸਣਾ ਸਕੇਡਿਊल्स ਦੇ ਲਈ। देयर आर टोटल 12 schedules, ठीक है, ये ठीक है, इनकरैक्ट पूछा हुआ है। schedules 11 and 12 वर इनकॉपरेटेड बाय 73rd and 74 कॉन्स्टिट्यूशन अमेंडमेंट्स, ये भी ठीक है। ਜਿਹੜਾ ਆਪਣੇ ਕੋਲ 11th ਉਹਨੂੰ 73rd दैट इज पंचायत ਨਾਲ रिलेटेड, ਜਿਹੜਾ 12th ਹੈ ਉਹਨੂੰ 74 ਕੌਂਸਟੀਟਿਊਸ਼ਨ ਅਮੈਂਡਮੈਂਟ ਨਾਲ ਪਾਇਆ ਜਿਹੜਾ ਕਿ ਮਿਊਨਿਸਪੈਲਿਟੀਜ਼ ਨਾਲ ਰਿਲੇਟਡ ਹੈ। ਇਹਦੇ ਬਾਰੇ ਆਪਾਂ ਨੈਕਸਟ ਵੀਡੀਓ 'ਚ ਡਿਸਕਸ ਕਰਾਂਗੇ ਬਿਕੋਜ਼ ਬਹੁਤ ਇੰਪੋਰਟੈਂਟ ਟੌਪਿਕ ਹੈ, ਛੋਟਾ ਜਿਹਾ ਟੌਪਿਕ ਹੈ ਤੇ ਉਹਦੇ ਵਿੱਚੋਂ ਤੁਸੀਂ ਐਂ ਲਗਾ ਲਓ ਘੱਟੋ ਘੱਟ 10-12 ਕੁਐਸਚਨਸ ਪੁੱਛ ਗਏ ਨੇ, ਠੀਕ ਹੈ। ਹੁਣ ਆਪਾਂ ਕੱਲ ਡਿਸਕਸ ਕਰਾਂਗੇ। ਉਹ ਤੋਂ ਬਾਅਦ ਦ 9th schedule was added to the constitution by first amendment। ਹੁਣ ਇਹਦੇ ਬਾਰੇ ਵੀ ਥੋੜਾ ਜਾਣ ਲਓ। ਜਿਹੜਾ ਆਪਣਾ 9th schedule ਹੈ, 9th schedule ਕਿਹਦੇ ਨਾਲ ਰਿਲੇਟਡ ਸੀ? ਆਪਣਾ ਲੈਂਡ ਰਿਫਾਰਮਸ ਨਾਲ। ਇਹਨੂੰ ਫਸਟ ਅਮੈਂਡਮੈਂਟ ਐਕਟ ਨਾਲ ਹੀ ਕੀਤਾ ਗਿਆ ਸੀ ਐਡ, ਉਹ ਹੋਈ ਸੀ 1951, ਠੀਕ ਹੈ। ਇਹ ਵੀ ਯਾਦ ਰੱਖ ਲਓ ਕਿ ਜਿਹੜਾ 9th schedule ਹੈ ਉਹ ਫਸਟ ਅਮੈਂਡਮੈਂਟ ਐਕਟ ਨਾਲ ਉਹਨੂੰ ਪਾਇਆ ਗਿਆ ਸੀ, ਉਹਦੇ ਵਿੱਚ ਕੌਂਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ ਸੀ, ਠੀਕ ਹੈ। ਤਾਂ ਇਹ ਵੀ ਠੀਕ ਹੈ। एंटी डिफिक्शन लॉ इज इन द 10th schedule of constitution and it was added by 42nd constitution amendment। देखो ਇਹਦਾ आंसर 42nd नहीं है, ਇਹਦਾ आंसर की है 52nd, ठीक है। 52nd amendment act ਹੋਈ ਸੀ 1985 ਦੇ ਵਿੱਚ, ਉਹਦੇ ਨਾਲ ਇਹਨੂੰ ਐਡ ਕੀਤਾ ਗਿਆ ਹੈ। ਹੁਣ ਇਹਨੂੰ ਯਾਦ ਕਰਨ ਦਾ ਕੀ ਤਰੀਕਾ ਹੈ? ਦੇਖੋ ਹੁਣ ਆਪਾਂ ਨੂੰ ਪਤਾ ਆਪਾਂ 10th schedule ਦੀ ਗੱਲ ਕਰ ਰਹੇ ਹਾਂ, ਠੀਕ ਹੈ। ਤੇ 5 into 2 ਕਿੰਨਾ ਹੁੰਦਾ ਹੈ? 10 ਹੁੰਦਾ ਹੈ। ਇਹਨੂੰ ਐਵੇਂ ਕਰਕੇ ਯਾਦ ਰੱਖ ਸਕਦੇ ਹੋ। ਤੇ ਇਹਦਾ ਆਨਸਰ ਕੀ ਹੈ? ਡੀ ਆਊਗਾ ਜਿਹੜਾ ਇਨਕਰੈਕਟ ਹੈਗਾ, ਠੀਕ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। ਅੱਛਾ, ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦੀ ਹਾਂ। ਅੱਜ ਲਈ ਜਿਹੜੇ ਸਕੈਡਿਊਲਸ ਉੱਪਰ ਕੁਐਸਚਨ ਹੈ ਉਹ ਸਾਰੇ ਇਹੀ ਨੇ। देखो पहला अपने पढ़िया कि 8 schedule होंगे सी, फिर एंड 12 हो गए सी, ठीक है। 8 schedule ਦੇ ਵਿੱਚ अपने अमेंडमेंट्स देखिया, 9th ਦੇ ਵਿੱਚ देखिया, 9th ਦੇ ਵਿੱਚ फर्स्ट अमेंडमेंट एक्ट आया। ਉਸ ਤੋਂ ਬਾਅਦ ਜਿਹੜਾ 11th ਤੇ 12th ਹੈ ਉਹਦੇ ਬਾਰੇ ਅਗਲੀ ਵੀਡੀਓ 'ਚ ਡਿਸਕਸ ਕਰਾਂਗੇ ਬਿਕੋਜ਼ ਉਹਦੇ ਵਿੱਚ ਬਹੁਤ ਚੀਜ਼ਾਂ ਨੇ ਜਿਹੜੀਆਂ ਦੱਸਣ ਵਾਲੀਆਂ ਨੇ ਤੇ ਇੰਪੋਰਟੈਂਟ ਨੇ, ਠੀਕ ਹੈ। ਪੰਚਾਇਤਸ ਹੋ ਗਏ, ਮਿਊਨਿਸਪੈਲਿਟੀਜ਼ ਹੋ ਗਏ, ਉਹ ਦੇਖਾਂਗੇ। ਫਿਰ ਫੰਡਾਮੈਂਟਲ ਰਾਈਟਸ, ਫੰਡਾਮੈਂਟਲ ਡਿਊਟੀਜ਼, ਡਾਇਰੈਕਟਿਵ ਪ੍ਰਿੰਸੀਪਲਸ ਜਾਂ ਸਿਟੀਜ਼ਨਸ਼ਿਪ ਦੇ ਉੱਪਰ ਜਿਹੜੇ ਕੁਐਸਚਨਸ ਆਏ ਆ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ, ਠੀਕ ਹੈ। So आज लिए इतना ही। I will catch you in the next video. I have done my part, so I request you all to do your part also. Please like and subscribe my channel and tap the bell icon. So whenever I upload a new video, you will get notification on your phone. Thank you and have a nice day.